ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਗੁਰਸਿੱਖ ਜੀਵਨ ਦਾ ਜ਼ਰੂਰੀ ਅੰਗ ਹੈ। ਜੋ ਵੀ ਗੁਰਬਾਣੀ ਦਾ ਜਾਪ ਕਰਦਾ ਹੈ, ਅਕਾਲ ਪੁਰਖ ਵਾਹਿਗੁਰੂ ਹਰ ਪੱਖੋਂ ਉਸ ਦੀ ਸੰਭਾਲ ਕਰਦਾ ਹੈ। ਇਹ ਸਾਰੀਆਂ ਗੱਲਾਂ ਕਹਿਣ ਦੀਆਂ ਨਹੀਂ ਹਨ, ਬਹੁਤ ਸਾਰਿਆਂ ਗੁਰਸਿੱਖਾਂ ਦੇ ਜੀਵਨ ਵਿੱਚ ਬੇਅੰਤ ਕੋਤਕ ਵਰਤੇ ਨੇ। ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਅਨੋਖੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ। ਇੱਕ ਸਿੱਖ ਪਰਿਵਾਰ ਨਾਲ ਵਰਤੀ ਸੀ। ਇੱਕ ਸਿੱਖ ਬੀਬੀ ਕਿਸੇ ਸਾਧੂ ਮਹਾਪੁਰਖ ਦੀ ਆਪਣੇ ਪਰਿਵਾਰ ਸਮੇਤ ਸੇਵਾ ਕਰਿਆ ਕਰਦੀ ਸੀ ਤੇ ਉਹ ਗੁਰਸਿੱਖ ਬੀਬੀ ਉੱਥੇ ਆਉਂਦੀ ਜਾਂਦੀ ਤੇ ਸੰਗਤਾਂ ਦੇ ਝੂਠੇ ਬਰਤਨਾਂ ਦੀ ਸੇਵਾ ਕਰਦੀ। ਇੱਕ ਦਿਨ ਹਰ ਰੋਜ਼ ਦੀ ਤਰ੍ਹਾਂ ਉਹ ਲੰਗਰ ਹਾਲ ਦੇ ਵਿੱਚ ਬਰਤਨਾਂ ਦੀ ਸੇਵਾ ਕਰ ਰਹੀ ਸੀ ਤੇ ਮਹਾਪੁਰਖ ਆਪਣੀ ਕੁਟੀਆ ਵਿੱਚੋਂ ਅਚਨਚੇਤ ਬਾਹਰ ਆਏ। ਆ ਕੇ ਸੰਗਤਾਂ ਨੂੰ ਕਹਿੰਦੇ, ਉਹ ਜਿਹੜੀ ਬੀਬੀ ਹੈ ਉਹ ਕਿੱਥੇ ਹੈ? ਤਾਂ ਸੰਗਤਾਂ ਨੇ ਦੱਸਿਆ ਕਿ ਮਹਾਪੁਰਖੋ ਉਹ ਲੰਗਰ ਹਾਲ ਵਿੱਚ ਬਰਤਨਾਂ ਦੀ ਸੇਵਾ ਕਰ ਰਹੀ ਹੈ। ਉਹ ਮਹਾਪੁਰਖ ਲੰਗਰ ਹਾਲ ਵਿੱਚ ਪਹੁੰਚਦੇ ਹਨ ਤੇ ਬੀਬੀ ਨੂੰ ਜਾ ਕੇ ਕਹਿੰਦੇ ਹਨ ਕਿ ਤੂੰ ਐਸੇ ਤਰ੍ਹਾਂ ਕਰ ਕਿ ਹੁਣੇ ਹੀ ਜਾ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾ ਦੇਵੋ। ਇਹ ਕਹਿ ਕੇ ਮਹਾਪੁਰਖ ਉੱਥੋਂ ਬਚਨ ਕਰਕੇ ਚਲੇ ਜਾਂਦੇ ਹਨ ਤਾਂ ਬੀਬੀ ਸੋਚਦੀ ਹੈ ਕਿ ਮਹਾਪੁਰਖ ਅਖੰਡ ਪਾਠ ਸਾਹਿਬ ਕਰਵਾਉਣ ਲਈ ਕਹਿ ਗਏ ਹਨ ਤੇ ਹੁਣ ਤਕਰੀਬਨ ਸ਼ਾਮ ਪੈ ਚੁੱਕੀ ਹੈ। ਜਿਸ ਤੋਂ ਬਾਅਦ ਬੀਬੀ ਆਪਣੇ ਘਰ ਪਹੁੰਚਦੀ ਹੈ। ਉਸ ਤੋਂ ਬਾਅਦ ਸਿੱਧੇ ਗੁਰਦੁਆਰੇ ਸਾਹਿਬ ਚਲੀ ਜਾਂਦੀ ਹੈ। ਪਿੰਡ ਦੇ ਗ੍ਰੰਥੀ ਨੂੰ ਬੀਬੀ ਨੇ ਕਿਹਾ ਕਿ ਅਸੀਂ ਅਖੰਡ ਪਾਠ ਸਾਹਿਬ ਕਰਵਾਉਣਾ ਹੈ ਤੇ ਗ੍ਰੰਥੀ ਸਾਹਿਬ ਨੇ ਕਿਹਾ ਅਸੀਂ ਸਵੇਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਅਖੰਡ ਪਾਠ ਸਾਹਿਬ ਸ਼ੁਰੂ ਕਰਾ ਦੇਵਾਂਗੇ। ਗ੍ਰੰਥੀ ਸਾਹਿਬ ਨੂੰ ਬੀਬੀ ਇਹ ਵੀ ਆਖਣ ਲੱਗੀ ਕਿ ਨਹੀਂ, ਅਖੰਡ ਪਾਠ ਸਾਹਿਬ ਹੁਣੀ ਆਰੰਭ ਕਰਵਾਉਣੇ ਨੇ। ਪਾਠੀ ਸਿੰਘ ਨੇ ਕਿਹਾ ਕਿ ਬੀਬਾ ਹੁਣ ਤੇ ਸ਼ਾਮ ਦੇ 5 ਵੱਜ ਚੁੱਕੇ ਨੇ, ਹੁਣ ਇਹ ਵੇਲਾ ਨਹੀਂ ਹੈ। ਪਾਠੀ ਸਿੰਘ ਨੂੰ ਗੁਰਸਿੱਖ ਬੀਬੀ ਆਖਣ ਲੱਗੀ ਕਿ ਮੈਂ ਨਹੀਂ ਜਾਣਦੀ, ਮੈਨੂੰ ਹੁਕਮ ਹੈ ਬਸ ਜਿੰਨੀ ਜਲਦੀ ਹੋ ਸਕੇ ਅਖੰਡ ਪਾਠ ਸਾਹਿਬ ਸ਼ੁਰੂ ਹੋ ਜਾਵੇ। ਤਾਂ ਉਹਨਾਂ ਕਿਹਾ ਕਿ ਭੇਟਾ ਦਾ ਵੀ ਕੋਈ ਫਿਕਰ ਨਾ ਕਰੋ, ਜਿੰਨੀ ਵੀ ਭੇਟਾ ਹੋਵੇਗੀ ਮੈਂ ਉਸ ਤੋਂ ਵੱਧ ਕਰਾਂਗੀ। ਮੈਂ ਤਾਂ ਸਿਰਫ ਮਹਾਪੁਰਖ ਦੇ ਵਚਨਾਂ ਦੀ ਪਾਲਣਾ ਕਰਨੀ ਹੈ। ਤੇ ਸਾਰੀ ਗੱਲ ਹੋਈ ਤੇ ਗ੍ਰੰਥੀ ਸਿੰਘ ਨੇ ਆਪਣੇ ਮਿੱਤਰ ਦੇ ਨਾਲ ਗੱਲਬਾਤ ਕੀਤੀ। ਖੈਰ ਅਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤੇ। ਇਸ ਤੋਂ ਬਾਅਦ ਬੀਬੀ ਨੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤੇ ਸ਼੍ਰੀ ਅਖੰਡ ਪਾਠ ਸਾਹਿਬ ਰੱਖਣ ਬਾਰੇ ਦੱਸਿਆ। ਅੱਜ ਉਸ ਬੀਬੀ ਦਾ ਘਰ ਵਾਲਾ ਕਿਤੇ ਦੂਰ ਕੰਮ ਤੇ ਗਿਆ ਹੋਇਆ ਸੀ ਤੇ ਉਹ ਵੀ ਘਰ ਪਹੁੰਚ ਗਿਆ। 3 ਦਿਨ ਅਖੰਡ ਪਾਠ ਸਾਹਿਬ ਜੀ ਦਾ ਪਾਠ ਹੁੰਦਾ ਰਿਹਾ ਤੇ 3 ਦਿਨਾਂ ਤੋਂ ਬਾਅਦ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿਆ। ਉਸ ਤੋਂ ਬਾਅਦ ਸੰਗਤਾਂ ਨੂੰ ਲੰਗਰ ਛਕਾਉਣਾ ਸੀ। ਇਸ ਦੌਰਾਨ ਫੋਨ ਆਉਂਦਾ ਹੈ ਕਿ ਬੀਬੀ ਨੂੰ ਚੱਕਰਾਂ ਵਿੱਚ ਪਾ ਦਿੱਤਾ। ਉਸ ਬੀਬੀ ਨੂੰ ਉਸ ਫੋਨ ਤੇ ਸਮਝ ਆਈ ਕਿ ਕਿਉਂ ਮਹਾਪੁਰਖ ਨੇ ਉਹਨਾਂ ਨੂੰ ਅਖੰਡ ਪਾਠ ਸਾਹਿਬ ਦਾ ਜਾਪ ਕਰਵਾਉਣ ਲਈ ਹਦਾਇਤ ਦਿੱਤੀ ਸੀ। ਜਿਵੇਂ ਗੁਰਬਾਣੀ ਦੁੱਖਾਂ ਦਾ ਨਾਸ਼ਕ ਹੈ ਤੇ ਉਸ ਬੀਬੀ ਦਾ ਇੱਕੋ ਇੱਕ ਲੜਕਾ ਜੋ ਕਿ 에ਅਰ ਫੋਰਸ ਵਿੱਚ ਭਰਤੀ ਹੋਇਆ ਸੀ ਤੇ ਉਹਨਾਂ ਸਮਿਆਂ ਵਿੱਚ ਪਾਇਲਟ ਦੀ ਸਿਖਲਾਈ ਲੈ ਰਿਹਾ ਸੀ। ਉਸਨੇ ਰੇਂਜ ਫੋਨ ਰਾਹੀਂ ਮਾਤਾ ਜੀ ਨੂੰ ਫੋਨ ਕੀਤਾ। ਉਹਨਾਂ ਸਮਿਆਂ ਵਿੱਚ ਇਹ ਫੋਨ ਹੋਇਆ ਕਰਦੇ ਸਨ। ਮਾਤਾ ਜੀ ਦੇ ਫੋਨ ਚੱਕਿਆ। ਜਿਵੇਂ ਹੀ ਫੋਨ ਚੱਕਿਆ ਤਾਂ ਬੀਬੀ ਹੈਰਾਨ ਹੋ ਗਈ। ਉਸ ਦਾ ਲੜਕਾ ਫੋਨ ਉੱਤੇ ਜ਼ੋਰ-ਜ਼ੋਰ ਦੇਣੀ ਰੋ ਰਿਹਾ ਸੀ। ਮਾਂ ਨੇ ਕਿਹਾ, ਬੇਟਾ ਕੀ ਗੱਲ ਹੋ ਗਈ ਹੈ? ਫੋਨ ਤੇ ਗੱਲ ਚੰਗੀ ਤਰ੍ਹਾਂ ਕਿਉਂ ਨਹੀਂ ਕਰ ਰਿਹਾ? ਉਸਨੇ ਦੱਸਿਆ ਕਿ ਮਾਤਾ ਜੀ ਤੁਸੀਂ ਇਸ ਤਰ੍ਹਾਂ ਕਰੋ ਕਿ ਹੁਣੇ ਜਾਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਧੰਨਵਾਦ ਕਰਕੇ ਆਵੋ ਕਿ ਤੁਸੀਂ ਉੱਥੇ ਪ੍ਰਸ਼ਾਦ ਕਰਵਾ ਕੇ ਆਵੋ। ਮੈਂ ਤੁਹਾਨੂੰ ਸਾਰੀ ਘਟਨਾ ਬਾਅਦ ਵਿੱਚ ਦੱਸਦਾ ਹਾਂ। ਮਾਂ ਨੇ ਬੇਟੇ ਨੂੰ ਦੱਸਿਆ ਕਿ ਬੇਟਾ ਅਸੀਂ ਤਾਂ ਘਰ ਵਿੱਚ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਇਆ ਹੈ ਤੇ ਮੈਂ ਤੈਨੂੰ ਦੱਸਣਾ ਹੀ ਸੀ, ਮੈਂ ਤੈਨੂੰ ਦੱਸ ਨਹੀਂ ਪਾਈ। ਹੁਣ ਹੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਿਆ ਹੈ ਤੇ ਸੰਗਤਾਂ ਵਿੱਚ ਲੰਗਰ ਛਕਾਉਣ ਦੀ ਤਿਆਰੀ ਕਰ ਰਹੇ ਹਾਂ। ਤੇ ਇੰਨੀ ਗੱਲ ਹੋਈ ਕਿ ਉਹਨਾਂ ਦੇ ਪੁੱਤਰ ਨੇ ਕਿਹਾ, ਤੁਹਾਨੂੰ ਕਿਸ ਨੇ ਕਿਹਾ ਸੀ ਕਿ ਅਖੰਡ ਪਾਠ ਸਾਹਿਬ ਕਰਵਾਓ? ਫਿਰ ਉਸ ਬੀਬੀ ਨੇ ਜਿਨ੍ਹਾਂ ਮਹਾਪੁਰਖਾਂ ਦੀ ਅਸੀਂ ਸੇਵਾ ਕਰਦੇ ਹਾਂ ਉਹਨਾਂ ਬਾਰੇ ਕਿਹਾ। ਉਹ ਲੜਕਾ ਕਹਿਣ ਲੱਗਾ ਕਿ ਮਾਂ ਮੈਨੂੰ ਤਾਂ ਗੁਰੂ ਸਾਹਿਬ ਤੇ ਮਹਾਪੁਰਖਾਂ ਨੇ ਹੀ ਬਚਾ ਲਿਆ। ਮੇਰੇ ਨਾਲ ਘਟਨਾ ਵਾਪਰ ਗਈ ਹੈ, ਇਸੇ ਕਰਕੇ ਮਹਾਪੁਰਖਾਂ ਨੇ ਅਖੰਡ ਪਾਠ ਸਾਹਿਬ ਕਰਵਾਉਣ ਵਾਸਤੇ ਕਿਹਾ। ਉਸ ਲੜਕੇ ਨੇ ਦੱਸਿਆ ਕਿ ਅੱਜ ਮੈਂ ਆਪਣੇ ਪਾਇਲਟ ਉਸਤਾਦ ਦੇ ਨਾਲ ਜ਼ਿਆਦਾ ਉੱਚੀ ਉਡਾਨ ਭਰ ਰਿਹਾ ਸੀ। ਇਸ ਦੌਰਾਨ ਅਚਾਨਕ ਜਹਾਜ਼ ਨੂੰ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਸਾਰਾ ਜਹਾਜ਼ ਅੱਗ ਦੀ ਲਪੇਟ ਵਿੱਚ ਆ ਗਿਆ। ਉਸ ਸਮੇਂ ਮੈਂ ਕੁਝ ਨਹੀਂ ਸੋਚ ਸਕਿਆ। ਅਚਾਨਕ ਹੀ ਮੂੰਹੋਂ ਵਾਹਿਗੁਰੂ ਨਿਕਲਿਆ ਤੇ ਦਿਮਾਗ ਨੇ ਕੰਮ ਕੀਤਾ। ਦੋਵਾਂ ਨੇ ਪੈਰਾਸ਼ੂਟ ਨਾਲ ਜਹਾਜ਼ ਵਿੱਚੋਂ ਛਾਲ ਮਾਰ ਦਿੱਤੀ। ਸਾਡੇ ਥੱਲੇ ਲੈਂਡ ਕਰਨ ਤੋਂ ਪਹਿਲਾਂ ਹੀ ਜਹਾਜ਼ ਅੱਗ ਦੀ ਲਪੇਟ ਵਿੱਚ
ਬੁਰੀ ਤਰ੍ਹਾਂ ਆ ਗਿਆ ਤੇ ਕ੍ਰੈਸ਼ ਹੋ ਗਿਆ। ਜਦ ਜਹਾਜ਼ ਨੂੰ ਅੱਗ ਪੈਂਦੀ ਹੈ ਤਾਂ ਬਚਣ ਦੀ ਕੋਈ ਉਮੀਦ ਨਹੀਂ ਹੁੰਦੀ, ਕਿਉਂਕਿ ਕੁਝ ਸੋਚਣ ਸਮਝਣ ਲਈ ਸਮਾਂ ਹੀ ਨਹੀਂ ਬਚਦਾ। ਇਸ ਤਰ੍ਹਾਂ ਗੁਰਬਾਣੀ ਅਤੇ ਮਹਾਂਪੁਰਖ ਆਪਣੇ ਬੱਚਿਆਂ ਦੀ ਰੱਖਿਆ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।